ਉੱਥੇ ਗੱਲ ਸੂਰੀ ਦੇ ਪਰਿਵਾਰ ਦੀ ਕੀਤੀ ਜਾਵੇ ਤਾਂ ਸੂਰੀ ਦੇ ਪਰਿਵਾਰ ਦੇ ਵੱਲੋਂ ਸੰਸਕਾਰ ਕਰਨ ਤੋਂ ਇਨਕਾਰ ਕਰ ਦਿੱਤਾ ਗਿਆ। ਸੁਧੀਰ ਸੂਰੀ ਨੂੰ ਸ਼ਹੀਦ ਦਾ ਦਰਜਾ ਦੇਣ ਦੀ ਮੰਗ ਕੀਤੀ ਗਈ ਤੇ ਕਤਲकांड ਦੀ ਜਾਂਚ CBI ਤੋਂ ਕਰਵਾਉਣ ਦੀ ਵੀ ਮੰਗ ਰੱਖੀ ਗਈ ਹੈ। ਨਾਲ ਹੀ ਪਰਿਵਾਰ ਦਾ ਕਹਿਣਾ ਹੈ ਕਿ ਵਾਰਦਾਤ ਵੇਲੇ ਮੌਜੂਦ ਪੁਲਿਸ ਮੁਲਾਜ਼ਮਾਂ ਨੂੰ ਸਸਪੈਂਡ ਕੀਤਾ ਜਾਵੇ। ਜਦੋਂ ਤੱਕ ਲਿਖਤੀ ਤੌਰ ਤੇ ਕੋਈ ਭਰੋਸਾ ਨਹੀਂ ਦਿੱਤਾ ਜਾਂਦਾ ਤਦ ਤੱਕ ਸੰਸਕਾਰ ਨਹੀਂ ਕੀਤਾ ਜਾਵੇਗਾ। ਸੂਰੀ ਦੇ ਪਰਿਵਾਰ ਨੂੰ ਸੁਰੱਖਿਆ ਦੇਣ ਦੀ ਵੀ ਮੰਗ ਰੱਖੀ ਗਈ ਹੈ। ਸੂਰੀ ਦੇ ਘਰ ਦੇ ਵਿੱਚ ਸਮਰਥਕਾਂ ਦਾ ਵੱਡਾ ਹਜੂਮ ਉਮੜਿਆ ਹੋਇਆ। ਕਤਲ ਤੋਂ ਬਾਅਦ ਅੰਮ੍ਰਿਤਸਰ ਦੇ ਵਿੱਚ ਮਾਹੌਲ ਵੀ ਤਣਾਅਪੂਰਨ ਬਣਿਆ ਹੋਇਆ। ਇਸ ਦੇ ਵਿਚਾਲੇ ਲਗਾਤਾਰ ਪ੍ਰਸ਼ਾਸਨ ਦੇ ਵੱਡੇ ਅਧਿਕਾਰੀਆਂ ਦੇ ਵੱਲੋਂ ਪਰਿਵਾਰ ਦੇ ਨਾਲ ਗੱਲਬਾਤ ਕੀਤੀ ਜਾ ਰਹੀ ਹੈ। ਸਹਿਮਤੀ ਬਣਾਉਣ ਦੀ ਕਿਤੇ ਨਾ ਕਿਤੇ ਕੋਸ਼ਿਸ਼ ਕੀਤੀ ਜਾ ਰਹੀ ਹੈ, ਪਰ ਪਰਿਵਾਰ ਦੇ ਵੱਲੋਂ ਸਾਫ਼-ਸਾਫ਼ ਕਿਹਾ ਗਿਆ ਹੈ ਕਿ ਜੇਕਰ ਮੰਗਾਂ ਤੇ ਗੌਰ ਨਾ ਕੀਤਾ ਗਿਆ ਸਰਕਾਰ ਦੇ ਵੱਲੋਂ ਤੇ ਫਿਰ ਅਗਲੀ ਰਣਨੀਤੀ ਦਾ ਵੀ ਜਿਹੜਾ ਵਾ ਉਹ ਐਲਾਨ ਕੀਤਾ ਜਾਵੇਗਾ। तो ताज़ा अपडेट ਲਈ ਸਿੱਧਾ ਰੁਖ ਕਰਦੇ ਹਾਂ ਅੰਮ੍ਰਿਤਸਰ ਦਾ। ਸੁਧੀਰ ਸੂਰੀ ਦੇ ਘਰ ਤੋਂ ਸਾਡੇ ਸਹਿਯੋਗੀ ਰਾਜੀਵ ਸ਼ਰਮਾ ਲਾਈਵ ਜੁੜੇ ਹੋਏ ਨੇ। ਰਾਜੀਵ, ਗੱਲ ਹੁਣ ਤੱਕ ਦੀ ਕੀਤੀ ਜਾਵੇ ਤਾਂ ਪਰਿਵਾਰ ਦੇ ਵੱਲੋਂ ਮੰਗਾਂ ਤਾਂ ਸਰਕਾਰ ਦੇ ਅੱਗੇ ਰੱਖੀਆਂ ਗਈਆਂ ਨੇ, ਪਰ ਕੀ ਇਹਨਾਂ ਮੰਗਾਂ ਤੇ ਕੋਈ ਸਹਿਮਤੀ ਬਣਦੀ ਹੋਈ ਨਜ਼ਰ ਆ ਰਹੀ ਹੈ? ਕਿਉਂਕਿ ਪਰਿਵਾਰ ਦੇ ਵੱਲੋਂ ਸਾਫ਼ ਕਿਹਾ ਜਾ ਰਿਹਾ ਹੈ ਕਿ ਜੇਕਰ ਮੰਗਾਂ ਤੇ ਗੌਰ ਨਹੀਂ ਕੀਤਾ ਜਾਂਦਾ ਤਾਂ ਸੰਸਕਾਰ ਤੱਕ ਨਹੀਂ ਕੀਤਾ ਜਾਵੇਗਾ। जी बिल्कुल सवेर तो ही परिवार वालों ये गल कही जा रही कि जदों तक शहीद का दर्जा सुधीर सूरी नूं नहीं दिता जाता उदों तक अंतिम संस्कार नहीं किया जाएगा। पर हुण जिहड़ियां वख-वख जथेबंदियां ने उन्हां दे आगू जिहड़े वो भी मौजूद ने और जो उन्हां दा परिवार है उन्हां दी भी लगातार प्रशासनिक अधिकारियों के नाल गलबात हो रही है और कुछ गल्लां ते सहमति हुई है। पर की अंतिम संस्कार किया जाना है, कदों किया जाना है, तो उन्हां दे जो भरा ने वो कोई गलबात कर रहे हैं, उन्हां तो भी जानने की कोशिश करते हैं कि की हुण इस ਵੇਲੇ पूरी गलबात हुई। ਉਹਦਾ ਨਾਮ ਦਰਜ ਕੀਤਾ ਜਾਏ, ਪਹਿਲੀ ਮੰਗ ਹੈ ਵਾ। ਦੂਸਰੀ ਹੈ ਕਿ ਸ਼ਹੀਦੀ ਦਰਜਾ ਦਿੱਤਾ ਜਾਏ। ਤੀਸਰੀ ਹੈ CBI ਦੀ ਜਾਂਚ ਕੀਤੀ ਜਾਏ ਔਰ ਫੈਮਿਲੀ ਜਿਹੜੀ ਹੈ ਉਹਦੀ ਸੁਰੱਖਿਆ ਸੁਨਿਸ਼ਚਿਤ ਕੀਤੀ ਜਾਏ। ਮੰਨ ਤੇ ਰਹੇ ਨੇ ਲੇਕਿਨ ਵਰਬਲੀ ਜਿਹੜੀ ਡਿਮਾਂਡਸ ਨੇ ਉਹਨੂੰ ਅਸੀਂ ਨਹੀਂ ਮੰਨਾਂਗੇ। ਕੋਈ ਗੱਲ ਨਹੀਂ, ਡੈਡ ਬੋਡੀ ਪਈ ਹੈ, ਕਹਿੰਦੇ ਟਾਈਮ ਲੱਗਣਾ। ਮੈਂ ਕਿਹਾ ਕੋਈ ਗੱਲ ਨਹੀਂ, ਤੁਸੀਂ ਆਪਣਾ ਟਾਈਮ ਲਵੋ, ਅਸੀਂ ਕੱਲ ਸੰਸਕਾਰ ਕਰ ਲਾਂਗੇ, ਪਰਸੋਂ ਕਰ ਲਾਂਗੇ। ਇਸ ਤਰ੍ਹਾਂ ਸੰਸਕਾਰ ਨਹੀਂ ਕੀਤਾ ਜਾਏਗਾ ਕਿ ਤੁਸੀਂ ਵਰਬਲੀ ਕਹਿ ਕੇ ਇੱਕ ਲੋਲੀਪੌਪ ਦੇ ਕੇ ਤੁਸੀਂ ਨਿਕਲ ਜਾਓ। ਇਸ ਤਰ੍ਹਾਂ ਨਹੀਂ ਹੋਏਗਾ। ਮੁੱਖ ਮੰਤਰੀ ਭਗਵੰਤ ਮਾਨ ਦਾ ਪਹਿਲਾ ਬਿਆਨ ਸਾਹਮਣੇ ਆਇਆ, ਕਹਿੰਦੇ ਜੀ ਮਾਮਲੇ ਦੀ ਜਾਂਚ ਪੜਤਾਲ ਕੀਤੀ ਜਾਏਗੀ, ਪਰਿਵਾਰ ਨੂੰ ਇਨਸਾਫ ਮਿਲੇਗਾ। ਜਿਸ ਨੇ ਗੋਲੀ ਮਾਰੀ ਸੀ ਕਹਿੰਦੇ ਉਸ ਨੂੰ ਵੀ ਗ੍ਰਿਫਤਾਰ ਅਸੀਂ ਕੀਤਾ ਹੈਗਾ। ਉਹ ਤਾਂ ਸਭ ਨੂੰ ਪਤਾ, ਉਹਨਾਂ ਨੇ ਕਿਹੜੀ ਨਵੀਂ ਗੱਲ ਕਰਤੀ ਹੈ। ਤੁਹਾਨੂੰ ਕਿਉਂ ਚੁਟਕਲੇ ਸੁਣਾਉਂਦੇ ਆ? ਤੇ ਇਹ ਤਾਂ ਨਵੀਂ ਗੱਲ ਤੇ ਕੁਝ ਨਹੀਂ ਕੀਤੀ ਉਹਨਾਂ ਨੇ। ਸਰ ਫੋਨ ਕਾਲ ਸੇ ਡਿਟੈਕਟ ਹੋਏ ਨੇ ਜਿਹੜੇ ਬਿਲਕੁਲ ਹੋਏ ਜੀ, ਬਿਲਕੁਲ। ਔਰ ਕਾਫੀ ਨਾਮ ਉਹਦੇ ਚ ਦਰਜ ਕੀਤੇ ਜਾਣਗੇ ਕਿਉਂਕਿ ਅੱਗੇ ਇਨਕੁਆਇਰੀ ਜਿਹੜੀ ਉਹ ਚੱਲ ਰਹੀ ਹੈ। ਜਿਹੜੀ ਅੰਮ੍ਰਿਤਪਾਲ ਦਾ ਨਾਮਜ਼ਦ ਕਰਨ ਦੀ ਗੱਲ ਹੈ ਉਹ ਮੰਨੀ ਗਈ ਹੈ ਜਾਂ ਗ੍ਰਿਫਤਾਰੀ ਦੀ ਮੰਗ ਕੀਤੀ ਜਾ ਰਹੀ ਹੈ? ਹੁਣੇ 5 ਮਿੰਟ ਪਹਿਲੇ ਮੰਨੀ ਗਈ ਸੀ, ਹੁਣ ਮੈਨੂੰ ਡਾਮਾਡੋਲ ਲੱਗ ਰਹੀ ਹੈ। ਜਦੋਂ ਸਾਰੀਆਂ ਮੰਗਾਂ ਜਿੰਨੀ ਦੇਰ ਤੱਕ ਬਿਲਕੁਲ ਇੰਪਲੀਮੈਂਟ ਨਹੀਂ ਹੁੰਦੀਆਂ ਉਨੀ ਦੇਰ ਤੱਕ ਆਪਾਂ ਕੋਈ ਸੰਸਕਾਰ ਨਹੀਂ ਕਰਾਂਗੇ ਕਿਸੇ ਵੀ ਤਰ੍ਹਾਂ। ਜਿਹੜਾ ਸ਼ਹੀਦ ਦਾ ਦਰਜਾ ਦੇਣ ਦੀ ਮੰਗ ਸੀ ਉਹਦੇ ਬਾਰੇ ਕੀ ਕਹਿਣਾ? ਉਹ ਤਾਂ ਚਲੋ ਇੱਕ ਲੰਬਾ ਪ੍ਰੋਸੈਸ ਹੈ ਔਰ DC ਸਾਹਿਬ ਰਿਕਮੈਂਡ ਕਰ ਦੇਣਗੇ, ਉਹ ਆਪਾਂ ਵੀ ਰਾਜੀ ਠੀਕ ਆ, ਰਜਾਮੰਦ ਆ ਕਿ ਠੀਕ ਆ ਤੁਸੀਂ ਇਸ ਪ੍ਰੋਸੈਸ ਨੂੰ ਇਸ ਤਰ੍ਹਾਂ ਆਪਣਾ ਟਾਈਮ ਲਵੋ। ਲੇਕਿਨ ਜਿਹੜੇ ਪ੍ਰੋਸੈਸ ਪੁਲਿਸ ਖੁਦ ਹੁਣੇ ਕਰ ਸਕਦੀ ਹੈ, ਜੇ ਉਹਨੂੰ ਵੀ ਡਿਲੇ ਕਰੇਗੀ ਤਾਂ ਫਿਰ ਰਾਜੀਨਾਮਾ ਉਹ ਕਿਹੜੀ ਮੰਗ ਹੈ ਜਿਹੜੀ ਤੁਰੰਤ ਪ੍ਰਭਾਵ ਦੇ ਨਾਲ ਤੁਹਾਨੂੰ ਲੱਗਦਾ ਕਿ ਹੋਣੀ ਚਾਹੀਦੀ ਹੈ? ਇਹ ਦੇਖੋ, ਪਹਿਲੀ ਗੱਲ ਤੇ ਅੰਮ੍ਰਿਤਪਾਲ ਦਾ ਨਾਮ ਦਰਜ ਕਰਨਾ ਕਿੰਨੀ ਦੇਰ ਲੱਗਦੀ ਹੈ? ਹਾਲੇ 1.5 ਮਿੰਟ ਲੱਗੇਗਾ ਪੁਲਿਸ ਨੂੰ। ਪੁਲਿਸ ਉਹ ਕਰ ਨਹੀਂ ਪਾ ਰਹੀ। ਜਿੰਨੀ ਦੇਰ ਤੱਕ ਸਾਰੀਆਂ ਮੰਗਾਂ ਨਹੀਂ ਹੁੰਦੀਆਂ ਉਨੀ ਦੇਰ ਤੱਕ ਸੰਸਕਾਰ ਨਹੀਂ ਕੀਤਾ ਜਾਏਗਾ। ਅੰਮ੍ਰਿਤਪਾਲ ਦਾ ਨਾਮ ਦਰਜ ਕਰਨ ਦੀ ਮੰਗ ਕਿਉਂ? ਦੇਖਾਂਗੇ ਅੱਗੋਂ ਰੇਲ ਰੋਕੋ ਅੰਦੋਲਨ ਹੋ ਸਕਦਾ, ਆਤਮਦਾਹ ਕੀਤੇ ਜਾ ਸਕਦੇ ਹੈ, ਪਰਿਵਾਰ ਦਾ ਕੋਈ ਹੋਰ ਸਦੱਸਿਆ ਖੜਾ ਹੋ ਕੇ ਅੱਗ ਵੀ ਲਗਾ ਸਕਦਾ ਹੈ। ਇਹ ਤਾਂ ਸਭ ਕੁਝ ਬਾਅਦ ਚ ਦੇਖਾਂਗੇ। ਅੰਮ੍ਰਿਤਪਾਲ ਦਾ ਨਾਮ ਦਰਜ ਕਰਨ ਦੀ ਕਿਉਂ ਮੰਗ ਕੀਤੀ ਜਾ ਰਹੀ ਹੈ? ਕਿਉਂ ਮੰਗ ਕੀਤੀ ਜਾ ਰਹੀ? ਜਿਹੜਾ ਹਥਿਆਰ ਹੈ ਉਹਦੀ ਮੰਗ ਇਸ ਕਰਕੇ ਕੀਤੀ ਜਾ ਰਹੀ ਕਿ ਜਿਹਨੇ ਸਾਰੀ ਸਾਜ਼ਿਸ਼ ਰਚੀ ਹੈ, ਜੇ ਉਹਦਾ ਨਾਮ ਨਹੀਂ ਆਉਂਦਾ ਤਾਂ ਫਾਇਦਾ ਕੀ ਹੈ? ਸਰ ਇੱਕ ਵੀਡੀਓ ਵਾਇਰਲ ਹੁੰਦੀ ਹੈ ਅੰਮ੍ਰਿਤਪਾਲ ਦੇ ਨਾਲ ਉਸ ਸ਼ਖਸ ਦੀ ਜਿਹਨੇ ਗੋਲੀਆਂ ਚਲਾਈਆਂ, ਉਸ ਸਿਨੈਰੀਓ ਨੂੰ ਕਿਸ ਤਰ੍ਹਾਂ ਦੇਖਦੇ ਹੋ? ਉਸੇ ਕਰਕੇ ਤਾਂ ਉਹਦਾ ਨਾਮ ਪਵਾਇਆ ਜਾ ਰਿਹਾ ਕਿ ਜਿਸ ਬੰਦੇ ਨੇ ਉਸ ਬੰਦੇ ਨੂੰ ਤਿਆਰ ਕੀਤਾ ਔਰ ਉਹਨੂੰ ਹਾਇਰ ਕੀਤਾ, ਉਹਨੂੰ ਪੇਮੈਂਟ ਕਰਕੇ ਆਪਣਾ ਕੰਮ ਕਰਵਾਇਆ, ਜੇ ਉਹਦਾ ਨਾਮ ਨਹੀਂ ਪਾਇਆ ਜਾਂਦਾ ਤੇ ਫਿਰ ਤਾਂ ਇਨਸਾਫ ਅਧੂਰਾ ਹੈ। ਤੇ ਪਰਿਵਾਰ ਦੀ ਹੁਣ ਸੁਰੱਖਿਆ ਦੀ ਕੋਈ ਗੱਲ ਹੋਈ ਪ੍ਰਸ਼ਾਸਨ ਦੇ ਨਾਲ? ਕੀ ਭਰੋਸਾ? ਸੁਰੱਖਿਆ ਦੀ ਵੀ ਕੋਈ ਇੰਨਾ ਇਸ਼ੂ ਨਹੀਂ ਹੈ। ਮੈਂ ਨਹੀਂ ਸਮਝਦਾ ਕਿ ਅਸੀਂ ਇਹਨੂੰ ਇੰਨਾ ਇਸ਼ੂ ਮੰਨ ਰਹੇ ਹਾਂ। ਨਹੀਂ ਵੀ ਦੇਣਗੇ ਤਾਂ ਆਪਾਂ ਮਰਨ ਨੂੰ ਫਿਰ ਤਿਆਰ ਹੀ ਹਾਂ, ਕੋਈ ਗੱਲ ਨਹੀਂ। ਖੈਰ ਉਹ ਮੰਨ ਵੀ ਰਹੇ ਨੇ ਇਸ ਗੱਲ ਨੂੰ ਕਿ ਉਹ ਤਾਂ ਕਰ ਦਿਆਂਗੇ। ਲੇਕਿਨ ਮੈਂ ਫਿਰ ਇੱਕ ਗੱਲ ਕਹਿਣਾ ਚਾਹਾਂਗੀ, ਸਭ ਵਰਬਲੀ ਹੋ ਰਿਹਾ ਹੈ, ਕੋਈ ਇੰਪਲੀਮੈਂਟ ਹਾਲੇ ਤੱਕ ਕੁਝ ਨਹੀਂ ਕੀਤਾ ਗਿਆ। ਨਹੀਂ। ਕਿੰਨੀ ਦੇਰ ਦਾ ਅਲਟਰਨੇਟਿਵ ਦਿੱਤਾ ਸੀ?
2 ਘੰਟੇ ਦਾ ਦਿੱਤਾ ਸੀ। ਹੁਣੇ ਉੱਪਰ ਮੇਰੇ ਰੂਮ 'ਚ ਬੈਠ ਕੇ ਜਿਹੜੀ ਗੱਲ ਹੋਈ ਵੀ ਠੀਕ ਹੈ ਤੁਹਾਨੂੰ ਸਭ ਕੁਝ ਦਿੱਤਾ ਜਾ ਰਿਹਾ, ਔਰ ਅੱਜ ਹੁਣ ਨੀਚੇ ਗਰਾਊਂਡ ਤੇ ਆਏ ਨੇ ਜਦੋਂ ਤਾਂ ਫੇਲਿਅਰ ਜਿਸ ਤਰ੍ਹਾਂ ਪੁਲਿਸ ਕਰਦੀ ਬਾਰ-ਬਾਰ ਮਨਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਕਿ ਤੁਸੀਂ ਅੰਤਿਮ ਸੰਸਕਾਰ ਜੀ ਜੀ ਲੋਲੀਪੌਪ ਦਿੱਤਾ ਜਾ ਰਿਹਾ। ਜੀ ਬਿਲਕੁਲ। ਤਾਂ ਇਹ ਨੇ ਸੁਧੀਰ ਸੂਰੀ ਦੇ ਭਰਾ ਜਿਨ੍ਹਾਂ ਨੇ ਖੁੱਲ ਕੇ ਸਾਰੀ ਗੱਲਬਾਤ ਦੱਸੀ ਹੈ ਕਿ ਪ੍ਰਸ਼ਾਸਨ ਦੇ ਨਾਲ ਲਗਾਤਾਰ ਮੰਗਾਂ ਨੂੰ ਲੈ ਕੇ ਗੱਲਬਾਤ ਹੋ ਰਹੀ ਹੈ, ਪਰ ਪ੍ਰਸ਼ਾਸਨ ਕਿਤੇ ਨਾ ਕਿਤੇ ਜੋ ਹੈ ਇਹ ਗੱਲਾਂ ਇੱਕ ਪਾਸੇ ਤਾਂ ਜਦੋਂ ਕਮਰੇ ਦੇ ਵਿੱਚ ਬੈਠ ਕੇ ਗੱਲਬਾਤ ਕੀਤੀ ਜਾਂਦੀ ਹੈ ਤਾਂ ਉਦੋਂ ਸਾਰੀਆਂ ਮੰਗਾਂ ਮੰਨਣ ਦੀ ਗੱਲ ਕੀਤੀ ਜਾਂਦੀ, ਪਰ ਜਦੋਂ ਇਹਨਾਂ ਜਿਹੜੇ ਵੱਖ-ਵੱਖ ਸੰਗਠਨਾਂ ਦੇ ਮੁਖੀ ਇੱਥੇ ਪਹੁੰਚੇ ਨੇ, ਜਦੋਂ ਉੱਥੇ ਇਸ ਗੱਲ ਦਾ ਜ਼ਿਕਰ ਕੀਤਾ ਜਾਂਦਾ ਤਾਂ ਕਿਤੇ ਨਾ ਕਿਤੇ ਉਹਨਾਂ ਦਾ ਕਹਿਣਾ ਹੈ, ਪਰਿਵਾਰ ਦਾ ਕਹਿਣਾ ਹੈ ਕਿ ਪ੍ਰਸ਼ਾਸਨ ਆਪਣੀਆਂ ਜਿਹੜੀਆਂ ਮੰਗਾਂ ਮੰਨਣ ਦੀ ਗੱਲ ਕਰ ਰਿਹਾ, ਕਿਤੇ ਨਾ ਕਿਤੇ ਉਸ ਤੋਂ ਪਿੱਛੇ ਹੱਥ ਖਿੱਚਦਾ ਵੀ ਨਜ਼ਰ ਆਉਂਦਾ। ਤਾਂ ਇਸ ਕਰਕੇ ਸਿੱਧੇ ਤੌਰ ਤੇ ਹੁਣ ਉਹਨਾਂ ਨੇ ਇਹ ਚੇਤਾਵਨੀ ਦਿੱਤੀ ਹੈ ਕਿ ਅਸੀਂ ਉਦੋਂ ਤੱਕ ਅੰਤਿਮ ਸੰਸਕਾਰ ਨਹੀਂ ਕਰਾਂਗੇ। ਤਾਂ ਜਿਹੜੇ ਪੁਲਿਸ ਦੇ ਸੀਨੀਅਰ ਅਧਿਕਾਰੀ ਲਗਾਤਾਰ ਇੱਥੇ ਮੌਜੂਦ ਨੇ, ਸਵੇਰ ਤੋਂ ਹੀ ਪਰਿਵਾਰ ਦੇ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ, ਪਰ ਜੋ ਪਰਿਵਾਰ ਹੈ ਉਹ ਆਪਣੀ ਉਸੇ ਹੀ ਜ਼ਿੱਦ ਤੇ ਅੜਿਆ ਹੋਇਆ ਕਿ ਜਿਹੜੀਆਂ ਮੰਗਾਂ ਅਸੀਂ ਪਹਿਲਾਂ ਤੋਂ ਕਹਿੰਦੇ ਆ ਰਹੇ, ਹਾਲਾਂਕਿ ਜਿਹੜਾ ਸ਼ਹੀਦ ਦਾ ਦਰਜਾ ਦੇਣ ਦੀ ਗੱਲ ਆ ਉਸ ਨੂੰ ਲੈ ਕੇ ਪਰਿਵਾਰ ਕਿਤੇ ਨਾ ਕਿਤੇ ਪ੍ਰਸ਼ਾਸਨ ਦੇ ਨਾਲ ਸਹਿਮਤ ਹੈ ਕਿ ਉਹ ਇੱਕ ਲੰਬਾ ਪ੍ਰੋਸੈਸ ਹੁੰਦਾ, ਤਾਂ ਉਹਨਾਂ ਦਾ ਕਹਿਣਾ ਕਿ ਉਸ ਨੂੰ ਲੈ ਕੇ ਜਿਹੜਾ ਪ੍ਰੋਸੀਜਰ ਹੈ ਉਹ ਜਥੇਬੰਦੀਆਂ ਵੱਲੋਂ ਫੋਲੋ ਕੀਤਾ ਜਾਏਗਾ। ਪਰ ਜਿਹੜੀਆਂ ਬਾਕੀ ਮੰਗਾਂ ਨੇ ਤਾਂ ਸਭ ਤੋਂ ਵੱਡੀ ਹੁਣ ਮੰਗ ਇਹ ਹੈ ਕਿ ਅੰਮ੍ਰਿਤਪਾਲ ਸਿੰਘ ਜੋ ਕਿ ਵਾਰਿਸ ਪੰਜਾਬ ਦੇ ਜਥੇਬੰਦੀ ਦਾ ਮੁਖੀ ਹੈ, ਤਾਂ ਉਸ ਦੇ ਖਿਲਾਫ ਉਹਨਾਂ ਦਾ ਕਹਿਣਾ ਕਿ ਇੱਕ ਤਾਂ FIR ਦੇ ਵਿੱਚ ਨਾਮਜ਼ਦ ਉਸ ਨੂੰ ਕੀਤਾ ਜਾਵੇ, ਤੁਰੰਤ ਜਿਹੜੀ ਗ੍ਰਿਫਤਾਰੀ ਦੀ ਵੀ ਹੁਣ ਮੰਗ ਜੋ ਹੈ ਪਰਿਵਾਰ ਵੱਲੋਂ ਕੀਤੀ ਜਾ ਰਹੀ ਹੈ। ਤਾਂ ਤੁਸੀਂ ਦੇਖ ਸਕਦੇ ਕਿ ਇਹ ਸੁਧੀਰ ਸੂਰੀ ਹੁਣਾਂ ਦੇ ਜੋ ਘਰ ਦੇ ਬਾਹਰ ਦੀ ਤਸਵੀਰ ਆ, ਵੱਖ-ਵੱਖ ਜਥੇਬੰਦੀਆਂ ਦੇ ਨਾਲ ਸੰਬੰਧਿਤ ਜਿਹੜੇ ਲੋਕ ਨੇ ਉਹ ਪਹੁੰਚੇ ਹੋਏ ਨੇ। ਤਾਂ ਹੁਣ ਅੰਤਿਮ ਸੰਸਕਾਰ ਕਦੋਂ ਹੁੰਦਾ ਇਹ ਹਾਲੇ ਵੀ ਕੁਝ ਸਪਸ਼ਟ ਨਹੀਂ ਹੈ, ਪਰ ਪਰਿਵਾਰ ਜੋ ਹੈ ਉਹਨਾਂ ਦਾ ਉਹ ਇਸੇ ਜਿੱਦ ਤੇ ਅੜਿਆ ਹੋਇਆ ਕਿ ਜਿਹੜੀਆਂ ਮੰਗਾਂ ਪਰਿਵਾਰ ਦੇ ਨਾਲ-ਨਾਲ ਉਹਨਾਂ ਦੇ ਸਮਰਥਕਾਂ ਦੀਆਂ ਉਸ ਨੂੰ ਜਦੋਂ ਤੱਕ ਪ੍ਰਸ਼ਾਸਨ ਨਹੀਂ ਮੰਨਦਾ ਤਾਂ ਉਦੋਂ ਤੱਕ ਅੰਤਿਮ ਸੰਸਕਾਰ ਜੋ ਹੈ ਉਹ ਨਹੀਂ ਕੀਤਾ ਜਾਏਗਾ। ਜੀ ਪਰਵਿੰਦਰ। ਰਾਜੀਵ, ਜਿਵੇਂ ਕਿ ਪਹਿਲਾਂ ਕਿਹਾ ਜਾ ਰਿਹਾ ਸੀਗਾ ਕਿ 5 ਵਜੇ ਤੱਕ ਦਾ 2 ਵਜੇ ਤੱਕ ਦਾ ਅਲਟੀਮੇਟਮ, ਕਿਉਂਕਿ 1 ਘੰਟਾ ਕਰੀਬ ਨਿਕਲ ਚੁੱਕਾ ਹੈ, 1.25 ਘੰਟਾ, ਤਾਂ ਕੀ 5 ਵਜੇ ਤੋਂ ਬਾਅਦ ਕੋਈ ਵੱਡਾ ਹੋਰ ਵੀ ਐਲਾਨ ਕੀਤਾ ਜਾ ਸਕਦਾ ਹੈ ਪਰਿਵਾਰ ਦੇ ਵੱਲੋਂ, ਜਥੇਬੰਦੀ ਵੱਲੋਂ? ਜੀ ਬਿਲਕੁਲ। ਸੁਧੀਰ ਸੂਰੀ ਦੇ ਜੋ ਭਰਾ ਨੇ ਉਹਨਾਂ ਵੱਲੋਂ ਬਹੁਤ ਵੱਡੀ ਗੱਲ ਕਹੀ ਗਈ ਹੈ। ਉਹਨਾਂ ਦਾ ਕਹਿਣਾ ਕਿ ਸੰਸਕਾਰ ਤਾਂ ਇੱਕ ਬੜੀ ਛੋਟੀ ਗੱਲ ਹੈ, ਜੇਕਰ ਪਰਿਵਾਰ ਨੂੰ ਇਨਸਾਫ ਦੇ ਲਈ, ਕਿਉਂਕਿ ਬਿਲਕੁਲ ਜੋ ਨੇੜੇ ਆ ਰੇਲਵੇ ਟਰੈਕ ਹੈ, ਤਾਂ ਉਹਨਾਂ ਦਾ ਕਹਿਣਾ ਕਿ ਅਸੀਂ ਰੇਲ ਟਰੈਕ ਤੇ ਵੀ ਬੈਠ ਸਕਦੇ ਹਾਂ, ਆਤਮਦਾਹ ਤੱਕ ਦੀ ਗੱਲ ਉਹਨਾਂ ਵੱਲੋਂ ਕਹਿ ਦਿੱਤੀ ਗਈ ਹੈ। ਤਾਂ ਕਿਤੇ ਨਾ ਕਿਤੇ ਪਰਿਵਾਰ ਦੇ ਵਿੱਚ ਗੁੱਸਾ ਹੈ, ਤਾਂ ਉਹਨਾਂ ਦਾ ਕਹਿਣਾ ਕਿ ਸਿਰਫ ਸਾਡੀ ਸਹਿਮਤੀ ਹੁਣ ਨਹੀਂ ਚੱਲੇਗੀ, ਜਿੰਨੇ ਵੀ ਜਥੇਬੰਦੀਆਂ ਦੇ ਮੁਖੀ ਪਹੁੰਚੇ ਨੇ, ਸੁਧੀਰ ਸੂਰੀ ਦੇ ਜਿਹੜੇ ਸਮਰਥਕ ਨੇ, ਉਹਨਾਂ ਦੇ ਜਿਹੜੇ ਸਾਥੀ ਨੇ, ਜਦੋਂ ਤੱਕ ਉਹ ਸਾਰੇ ਰਾਜ਼ੀ ਨਹੀਂ ਹੋਣਗੇ ਉਦੋਂ ਤੱਕ ਅੰਤਿਮ ਸੰਸਕਾਰ ਦਾ ਸਵਾਲ ਹੀ ਪੈਦਾ ਨਹੀਂ ਹੁੰਦਾ। ਹਾਲਾਂਕਿ ਪ੍ਰਸ਼ਾਸਨ ਇਹ ਹਵਾਲਾ ਦੇ ਰਿਹਾ ਕਿ ਉਹਨਾਂ ਦੀ ਜਿਹੜੀ ਡੈੱਡ ਬਾਡੀ ਹੈ ਉਸ ਨੂੰ ਜ਼ਿਆਦਾ ਦੇਰ ਨਹੀਂ ਰੱਖਿਆ ਜਾ ਸਕਦਾ, ਪਰ ਉਹਨਾਂ ਦਾ ਕਹਿਣਾ ਕਿ ਉਸ ਦੀ ਜ਼ਿੰਮੇਵਾਰੀ ਪ੍ਰਸ਼ਾਸਨ ਦੀ ਨਹੀਂ ਹੈ, ਉਹ ਅਸੀਂ ਖੁਦ ਦੇਖਾਂਗੇ, ਖੁਦ ਤੈਅ ਕਰਾਂਗੇ ਕਿ ਕਿਸ ਤਰੀਕੇ ਦੇ ਨਾਲ ਅੰਤਿਮ ਸੰਸਕਾਰ ਕਦੋਂ ਕਰਨਾ। ਪਰ ਜਿਹੜੀਆਂ ਮੰਗਾਂ ਨੂੰ ਲੈ ਕੇ ਕੁਝ ਦੇਰ ਪਹਿਲਾਂ ਕਿਹਾ ਜਾ ਰਿਹਾ ਸੀ ਕਿ ਸ਼ਾਇਦ ਕੋਈ ਸਹਿਮਤੀ ਜਿਹੜੀ ਆ ਬਣੀ ਹੈ, ਪਰ ਹੁਣ ਜੋ ਹੈ ਕੁਝ ਦੇਰ ਪਹਿਲਾਂ ਇੱਕ ਆਗੂ ਵੱਲੋਂ ਉਹਨਾਂ ਸਹਿਮਤੀਆਂ ਬਾਰੇ ਜਦੋਂ ਸਾਰਿਆਂ ਦੇ ਨਾਲ ਸਲਾਹ ਮਸ਼ਵਰਾ ਕੀਤਾ ਗਿਆ ਤਾਂ ਉਸ ਨੂੰ ਲੈ ਕੇ ਕਿੰਤੂ ਪਰੰਤੂ ਹੋਇਆ ਕਿ ਪ੍ਰਸ਼ਾਸਨ ਜਦੋਂ ਕਮਰੇ ਦੇ ਵਿੱਚ ਬੈਠ ਕੇ ਪਰਿਵਾਰ ਦੇ ਨਾਲ ਗੱਲਬਾਤ ਕਰਦਾ ਹੈ ਤਾਂ ਉਦੋਂ ਪ੍ਰਸ਼ਾਸਨ ਦਾ ਰਵੱਈਆ ਹੋਰ ਹੁੰਦਾ, ਪਰ ਜਦੋਂ ਜਥੇਬੰਦੀਆਂ ਦੇ ਆਗੂਆਂ ਦੇ ਸਾਹਮਣੇ ਗੱਲ ਕੀਤੀ ਜਾਂਦੀ ਹੈ ਜਾਂ ਪ੍ਰਸ਼ਾਸਨ ਨੂੰ ਇਹ ਕਿਹਾ ਜਾਂਦਾ ਕਿ ਸਾਰਿਆਂ ਦੇ ਸਾਹਮਣੇ ਉਸ ਗੱਲ ਤੇ ਮੋਹਰ ਲਗਾਈ ਜਾਵੇ ਤਾਂ ਉਦੋਂ ਕਿਤੇ ਨਾ ਕਿਤੇ ਪ੍ਰਸ਼ਾਸਨ ਜੋ ਹੈ ਉਹ ਹੱਥ ਪਿੱਛੇ ਖਿੱਚਦਾ ਹੋਇਆ ਨਜ਼ਰ ਆਉਂਦਾ। ਤਾਂ ਵੱਖ-ਵੱਖ ਜਥੇਬੰਦੀਆਂ ਦੇ ਨਾਲ ਜੋ ਸੰਤ ਸਮਾਜ ਦੇ ਲੋਕ ਨੇ ਉਹ ਵੀ ਇੱਥੇ ਪਹੁੰਚੇ ਹੋਏ ਨੇ, ਤੁਸੀਂ ਦੇਖ ਸਕਦੇ ਹੋ, ਉਹ ਵੀ ਲਗਾਤਾਰ ਪਰਿਵਾਰ ਦੇ ਲਈ ਇਨਸਾਫ ਦੀ ਮੰਗ ਕਰਦੇ ਹੋਏ ਦਿਖਾਈ ਦੇ ਰਹੇ ਨੇ। ਤਾਂ ਹੁਣ ਕਦੋਂ ਤੱਕ ਇਹ ਸਾਰੀਆਂ ਜਿਹੜੀਆਂ ਮੰਗਾਂ ਨੇ ਉਹਨਾਂ ਨੂੰ ਪ੍ਰਸ਼ਾਸਨ ਮੰਨਦਾ ਹੈ, ਇਸ ਗੱਲ ਦਾ ਹਰ ਕਿਸੇ ਨੂੰ ਇੰਤਜ਼ਾਰ ਹੈ, ਪਰ ਫਿਲਹਾਲ ਪਰਿਵਾਰ ਦਾ ਇਹੀ ਕਹਿਣਾ ਕਿ ਹਾਲੇ ਤੱਕ ਅੰਤਿਮ ਸੰਸਕਾਰ ਕਰਨ ਬਾਰੇ ਕੋਈ ਪਰਿਵਾਰ ਦਾ ਫੈਸਲਾ ਨਹੀਂ ਹੋਇਆ ਔਰ ਕੁਝ ਸਮਾਂ ਹੋਰ ਉਹਨਾਂ ਦਾ ਕਹਿਣਾ ਕਿ ਅਸੀਂ ਇੰਤਜ਼ਾਰ ਕਰਾਂਗੇ। ਪ੍ਰਸ਼ਾਸਨ ਦੇ ਜਿਹੜੇ ਅਧਿਕਾਰੀ ਨੇ ਜੇਕਰ ਉਹਨਾਂ ਦੀਆਂ ਮੰਗਾਂ ਦੇ ਉੱਪਰ ਮੋਹਰ ਲਗਾਉਂਦੇ ਨੇ ਤਾਂ ਉਸ ਤੋਂ ਬਾਅਦ ਪਰਿਵਾਰ ਵੱਲੋਂ ਅੰਤਿਮ ਸੰਸਕਾਰ ਕਰਨ ਬਾਰੇ ਫੈਸਲਾ ਲਿਆ ਜਾ ਸਕਦਾ। ਤਾਂ ਇਸ ਵੇਲੇ ਦੀ ਜਿਹੜੀ ਤਸਵੀਰ ਤੁਸੀਂ ਦੇਖ ਸਕਦੇ ਹੋ ਕਿ ਉਹਨਾਂ ਦੇ ਘਰ ਦੇ ਬਾਹਰ ਵੱਡੀ ਤਾਦਾਦ ਦੇ ਵਿੱਚ ਜਿਹੜੇ ਉਹਨਾਂ ਦੇ ਸਮਰਥਕ ਨੇ ਉਹ ਜੁਟੇ ਹੋਏ ਨੇ ਔਰ ਇੱਕ ਪਾਸੇ ਉਹਨਾਂ ਦੇ ਅੰਤਿਮ ਦਰਸ਼ਨ ਕਰਨ ਦੇ ਲਈ ਵੀ ਜੋ ਉਹਨਾਂ ਦੇ ਸਮਰਥਕ ਪਹੁੰਚ ਰਹੇ ਨੇ। ਪਰਿਵਾਰ ਤੁਸੀਂ ਦੇਖ ਸਕਦੇ ਹੋ ਕਿ ਇਸ ਵੇਲੇ ਸਦਮੇ ਦੇ ਵਿੱਚ ਹੈ, ਪਰ ਇਸ ਸਦਮੇ ਨੂੰ ਝੱਲਣ ਦੇ ਨਾਲ ਪਰਿਵਾਰ ਜੋ ਹੈ ਉਹ ਇਨਸਾਫ ਦੀ ਵੀ ਮੰਗ ਕਰਦਾ ਹੋਇਆ ਨਜ਼ਰ ਆ ਰਿਹਾ। ਜੀ
ਰਾਜੀਵ, ਜਿਵੇਂ ਕਿ ਸੁਧੀਰ ਸੂਰੀ ਦੇ ਭਰਾ ਨੇ ਵੀ ਵਿਸਥਾਰਾਂ ਦੱਸਿਆ ਹੈ, ਹਾਲਾਂਕਿ ਕਾਫੀ ਮੰਗਾਂ ਨੇ। ਜੇਕਰ ਗੱਲ ਕੀਤੀ ਜਾਵੇ ਹੁਣ ਤੱਕ ਦੀ ਜੋ ਗੱਲਬਾਤ ਹੋਈ ਹੈ ਪ੍ਰਸ਼ਾਸਨ ਦੇ ਨਾਲ ਪਰਿਵਾਰ ਦੀ, ਕੋਈ ਅਜਿਹੀ ਮੰਗ ਹੈ ਜਿਸ ਤੇ ਕਿ ਪੂਰਨ ਤੌਰ ਤੇ ਪ੍ਰਸ਼ਾਸਨ ਦੇ ਵੱਲੋਂ ਕੋਈ ਸਹਿਮਤੀ ਜਤਾਈ ਗਈ ਹੈ? ਦੇਖੋ, ਜਿੰਨੀਆਂ ਵੀ ਮੰਗਾਂ ਨੇ ਤਾਂ ਪਰਿਵਾਰ ਦਾ ਕਹਿਣਾ ਹੈ ਕਿ ਹਰ ਮੰਗ ਦੇ ਉੱਪਰ ਪ੍ਰਸ਼ਾਸਨ ਹਾਂ ਤਾਂ ਜ਼ਰੂਰ ਕਰ ਰਿਹਾ, ਪਰ ਇਹਨਾਂ ਚੀਜ਼ਾਂ ਨੂੰ ਰਿਟਨ ਦੇ ਵਿੱਚ ਜੋ ਹੈ ਪਰਿਵਾਰ ਜਾਂ ਜਿਹੜੀਆਂ ਜਥੇਬੰਦੀਆਂ ਨੇ ਉਹ ਮੰਨਣ ਦੇ ਲਈ ਰਾਜ਼ੀ ਨਹੀਂ ਹੈ। ਤਾਂ ਉਹਨਾਂ ਦਾ ਕਹਿਣਾ ਹੈ ਕਿ ਇਹ ਸਿਰਫ ਤੇ ਸਿਰਫ ਅੰਤਿਮ ਸੰਸਕਾਰ ਕਰਵਾਉਣ ਤੱਕ ਹੀ ਪ੍ਰਸ਼ਾਸਨ ਦੀ ਇੱਕ ਕਹਿ ਸਕਦੇ ਕਿ ਕੋਸ਼ਿਸ਼ ਹੈ। ਉਸ ਤੋਂ ਬਾਅਦ ਹੋ ਸਕਦਾ ਕਿ ਪਰਿਵਾਰ ਦੀਆਂ ਇਹਨਾਂ ਮੰਗਾਂ ਨੂੰ ਨਜ਼ਰਅੰਦਾਜ਼ ਕਰ ਦਿੱਤਾ ਜਾਵੇ। ਤਾਂ ਇੱਕ ਤਾਂ ਲਿਖਤੀ ਰੂਪ ਦੇ ਵਿੱਚ ਸਾਰੀਆਂ ਗੱਲਾਂ ਪਰਿਵਾਰ ਕਹਿ ਰਿਹਾ ਕਿ ਉਹ ਪ੍ਰਸ਼ਾਸਨ ਵੱਲੋਂ ਦਿੱਤੀਆਂ ਜਾਣ, ਔਰ ਦੂਸਰੇ ਪਾਸੇ ਜਿਹੜੀ ਇਸ ਵੇਲੇ ਸਭ ਤੋਂ ਵੱਡੀ ਮੰਗ ਉੱਠ ਰਹੀ ਹੈ ਕਿ ਅੰਮ੍ਰਿਤਪਾਲ ਸਿੰਘ ਦੇ ਖਿਲਾਫ ਕਾਰਵਾਈ ਕੀਤੀ ਜਾਵੇ, ਉਸ ਦਾ ਜਿਹੜਾ ਨਾਮ ਹੈ ਉਹ ਇਸ FIR ਦੇ ਵਿੱਚ ਸ਼ਾਮਿਲ ਕੀਤਾ ਜਾਵੇ। ਤਾਂ ਪਰਿਵਾਰ ਦਾ ਕਹਿਣਾ ਕਿ ਇਹ ਕੋਈ ਬਹੁਤ ਲੰਬਾ ਕੰਮ ਨਹੀਂ, ਹਾਲਾਂਕਿ ਜਿਹੜਾ ਸ਼ਹੀਦ ਦਾ ਦਰਜਾ ਦਿੱਤਾ ਜਾਣਾ ਉਸ ਦੇ ਲਈ ਜ਼ਰੂਰ ਸਮਾਂ ਲੱਗਦਾ, ਪਰ ਇਹ ਜੋ ਕੰਮ ਹੈ ਪੁਲਿਸ ਦਾ ਕਿ ਉਸ ਦਾ ਨਾਮ ਜਿਹੜਾ FIR ਦੇ ਵਿੱਚ ਦਰਜ ਕੀਤਾ ਜਾਣਾ, ਤਾਂ ਉਸ ਦੇ ਲਈ ਬਹੁਤ ਘੱਟ ਸਮਾਂ ਲੱਗਦਾ। ਜੇਕਰ ਪ੍ਰਸ਼ਾਸਨ ਦੀ ਇੱਛਾ ਹੋਵੇ ਤਾਂ ਉਸ ਦੇ ਨਾਮ ਨੂੰ ਜੋ ਹੈ, ਤਾਂ ਇਸ ਵੇਲੇ ਤੁਸੀਂ ਦੇਖ ਸਕਦੇ ਹੋ ਕਿ ਉਹਨਾਂ ਦੇ ਘਰ ਦੇ ਬਾਹਰ ਜੋ ਹੈ ਨਾਅਰੇਬਾਜ਼ੀ ਕੀਤੀ ਜਾ ਰਹੀ ਹੈ, ਔਰ ਲਗਾਤਾਰ ਇੱਕੋ ਮੰਗ ਹੈ ਕਿ ਸਾਡੀਆਂ ਮੰਗਾਂ ਦੇ ਉੱਪਰ ਪ੍ਰਸ਼ਾਸਨ ਵੱਲੋਂ ਜਲਦ ਗੌਰ ਕੀਤਾ ਜਾਵੇ। ਜੀ, ਠੀਕ ਹੈ ਜੀ, ਫਿਲਹਾਲ ਦੀ ਪੂਰੀ ਜਾਣਕਾਰੀ ਬਹੁਤ ਬਹੁਤ ਧੰਨਵਾਦ। ਸੋ ਪਰਿਵਾਰ ਦੇ ਵੱਲੋਂ ਫਿਰ ਸਾਫ਼ ਕਰ ਦਿੱਤਾ ਗਿਆ ਕਿ ਪ੍ਰਸ਼ਾਸਨ ਦੇ ਵੱਲੋਂ ਭਰੋਸਾ ਤਾਂ ਜ਼ਰੂਰ ਦਿੱਤਾ ਜਾ ਰਿਹਾ ਹੈ, ਜ਼ਬਾਨੀ ਜ਼ਰੂਰ ਕਿਹਾ ਜਾ ਰਿਹਾ ਹੈ ਕਿ ਉਹਨਾਂ ਦੀਆਂ ਮੰਗਾਂ ਤੇ ਗੌਰ ਕੀਤਾ ਜਾਵੇਗਾ, ਪਰ ਪਰਿਵਾਰ ਲਿਖਤੀ ਤੌਰ ਤੇ ਭਰੋਸਾ ਮੰਗ ਰਿਹਾ, ਰਿਟਨ ਦੇ ਵਿੱਚ ਮੰਗ ਰਿਹਾ ਹੈ ਕਿ ਉਹਨਾਂ ਮੰਗਾਂ ਨੂੰ ਪ੍ਰਸ਼ਾਸਨ ਸਰਕਾਰ ਮੰਨੇਗੀ। ਪਰ ਇਸ ਦੇ ਵਿਚਾਲੇ ਜਿੱਥੇ ਕਿ ਪਹਿਲਾਂ ਗੱਲ ਕੀਤੀ ਜਾ ਰਹੀ ਕਿ ਸ਼ਹੀਦ ਦਾ ਦਰਜਾ ਦਿੱਤਾ ਜਾਵੇ, ਸੁਧੀਰ ਸੂਰੀ ਨੂੰ ਕਤਲकांड ਦੀ ਜਾਂਚ CBI ਤੋਂ ਕਰਵਾਈ ਜਾਵੇ, ਜਿਹੜੇ ਵਾਰਦਾਤ ਵੇਲੇ ਮੌਜੂਦ ਪੁਲਿਸ ਮੁਲਾਜ਼ਮਾਂ ਨੂੰ ਸਸਪੈਂਡ ਕੀਤਾ ਜਾਵੇ, ਤੇ ਇਸ ਦੇ ਵਿਚਾਲੇ ਹੁਣ ਸੁਧੀਰ ਸੂਰੀ ਦੇ ਭਰਾ ਦੇ ਵੱਲੋਂ ਇੱਕ ਹੋਰ ਮੰਗ ਦੀ ਗੱਲ ਕੀਤੀ ਗਈ ਹੈ। ਮੰਗ ਇਹ ਕੀਤੀ ਜਾ ਰਹੀ ਹੈ ਕਿ ਜੋ ਵਾਰਿਸ ਪੰਜਾਬ ਦੇ ਮੁਖੀਆ ਅੰਮ੍ਰਿਤਪਾਲ, ਉਸ ਦੇ ਖਿਲਾਫ ਵੀ ਕਾਰਵਾਈ ਕੀਤੀ ਜਾਵੇ। ਪਰਿਵਾਰ ਨੂੰ ਸਿੱਧਾ ਅੰਮ੍ਰਿਤਪਾਲ ਦਾ ਇਸ ਮਾਮਲੇ ਦੇ ਵਿੱਚ ਕਨੈਕਸ਼ਨ ਨਜ਼ਰ ਆ ਰਿਹਾ, ਜੋ ਪਰਿਵਾਰ ਦਾ ਕਹਿਣਾ ਹੈ। ਤੇ ਪਰਿਵਾਰ ਦਾ ਕਹਿਣਾ ਹੈ ਕਿ ਜੋ FIR ਦਰਜ ਕੀਤੀ ਗਈ, ਉਸ FIR ਦੇ ਵਿੱਚ ਅੰਮ੍ਰਿਤਪਾਲ ਦਾ ਨਾਮ ਹੀ ਨਾਮਜ਼ਦ ਕੀਤਾ ਜਾਵੇ, ਤੁਰੰਤ ਗ੍ਰਿਫਤਾਰੀ ਤੱਕ ਦੀ ਵੀ ਪਰਿਵਾਰ ਦੇ ਵੱਲੋਂ ਮੰਗ ਕੀਤੀ ਜਾ ਰਹੀ ਹੈ। ਖੈਰ, ਪ੍ਰਸ਼ਾਸਨ ਦੇ ਵੱਲੋਂ ਲਗਾਤਾਰ ਪਰਿਵਾਰ ਦੇ ਨਾਲ ਗੱਲਬਾਤ ਕੀਤੀ ਜਾ ਰਹੀ ਹੈ, ਉਹਨਾਂ ਨੂੰ ਮਨਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ, ਪਰ ਪਰਿਵਾਰ ਦਾ ਸਾਫ਼-ਸਾਫ਼ ਕਹਿਣਾ ਹੈ ਕਿ ਜਦੋਂ ਤੱਕ ਉਹਨਾਂ ਦੀਆਂ ਮੰਗਾਂ ਤੇ ਗੌਰ ਨਹੀਂ ਕੀਤਾ ਜਾਂਦਾ, ਉਦੋਂ ਤੱਕ ਸੁਧੀਰ ਸੂਰੀ ਦਾ ਅੰਤਮ ਸੰਸਕਾਰ ਨਹੀਂ ਕੀਤਾ ਜਾਵੇਗਾ। ਤਸਵੀਰਾਂ ਅਸੀਂ ਤੁਹਾਨੂੰ ਵਿਖਾ ਰਹੇ ਹਾਂ ਸੁਧੀਰ ਸੂਰੀ ਦੇ ਘਰ ਤੋਂ ਬਾਹਰ ਲਾਈਵ ਤਸਵੀਰਾਂ ਤੁਸੀਂ ਵੇਖ ਸਕਦੇ ਹੋ, ਜਿੱਥੇ ਕਿ ਪ੍ਰਸ਼ਾਸਨ ਦੇ ਅਧਿਕਾਰੀ, ਪੁਲਿਸ ਅਧਿਕਾਰੀ ਮੌਕੇ ਤੇ ਪਹੁੰਚੇ ਹੋਏ ਨੇ। ਪਰਿਵਾਰ ਦੇ ਨਾਲ ਗੱਲਬਾਤ ਕੀਤੀ ਜਾ ਰਹੀ ਹੈ, ਸਮਝਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ, ਮੰਗਾਂ ਤੇ ਸਹਿਮਤੀ ਬਣਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਪਰ ਪਰਿਵਾਰ ਦਾ ਕਹਿਣਾ ਹੈ ਕਿ ਜ਼ਬਾਨੀ ਜ਼ਰੂਰ ਪ੍ਰਸ਼ਾਸਨ ਦੇ ਵੱਲੋਂ ਕਿਹਾ ਜਾ ਰਿਹਾ ਹੈ, ਪਰ ਲਿਖਤੀ ਤੌਰ ਤੇ ਭਰੋਸਾ ਦਿੱਤਾ ਜਾ ਰਿਹਾ ਹੈ। DCP ਪਰਮਿੰਦਰ ਸਿੰਘ ਨਜ਼ਰ ਆ ਰਹੇ ਨੇ। DCP ਪਰਮਿੰਦਰ ਸਿੰਘ ਤਸਵੀਰਾਂ ਦੇ ਵਿੱਚ ਵੇਖੇ ਜਾ ਸਕਦੇ, ਉਹਨਾਂ ਦੇ ਵੱਲੋਂ ਪਰਿਵਾਰ ਦੇ ਨਾਲ ਵਿਸਥਾਰ ਦੇ ਨਾਲ ਗੱਲਬਾਤ ਕੀਤੀ ਜਾ ਰਹੀ ਹੈ ਤੇ ਸਮਝਾਉਣ ਦੀ, ਮਨਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ, ਪਰ ਪਰਿਵਾਰ ਦੇ ਵੱਲੋਂ ਲਗਾਤਾਰ ਲਿਖਤੀ ਤੌਰ ਤੇ ਰਿਟਨ ਦੇ ਵਿੱਚ ਮੰਗਿਆ ਜਾ ਰਿਹਾ ਕਿ ਸਰਕਾਰ, ਪ੍ਰਸ਼ਾਸਨ ਉਹਨਾਂ ਮੰਗਾਂ ਤੇ ਗੌਰ ਕਰੇਗਾ। ਪਰ ਪਰਿਵਾਰ ਦਾ ਸਾਫ਼ ਕਹਿਣਾ ਹੈ ਕਿ ਜਦੋਂ ਤੱਕ ਉਹਨਾਂ ਦੀਆਂ ਮੰਗਾਂ ਤੇ ਗੌਰ ਨਹੀਂ ਹੁੰਦਾ, ਸੁਧੀਰ ਸੂਰੀ ਦਾ ਸੰਸਕਾਰ ਨਹੀਂ ਕੀਤਾ ਜਾਵੇਗਾ। ਪਰ DCP ਪਰਮਿੰਦਰ ਸਿੰਘ ਖੁਦ ਮੌਕੇ ਤੇ ਮੌਜੂਦ ਨੇ, ਉਹਨਾਂ ਦੇ ਵੱਲੋਂ ਪਰਿਵਾਰਕ ਮੈਂਬਰਾਂ ਦੇ ਨਾਲ ਸੁਧੀਰ ਸੂਰੀ ਦੇ ਜਿਹੜੇ ਸਾਥੀ ਨੇ ਉਹਨਾਂ ਦੇ ਨਾਲ ਗੱਲਬਾਤ ਕੀਤੀ ਜਾ ਰਹੀ ਹੈ। ਪਰ ਅਜੇ ਤੱਕ ਸਹਿਯੋਗ ਇਹਨਾਂ ਨਾਲ ਕਰਨਾ ਚਾਹੀਦਾ ਨਾ, ਤੁਸੀਂ ਫਿਰ 2 ਦਿਨ ਲੈ ਲਓ, 20 ਦਿਨ ਲੈ ਲਓ, ਅਸੀਂ ਬੈਠੇ ਹਾਂ ਨਾ, ਅਸੀਂ ਸੰਸਕਾਰ ਕਰੀਏ। ਚਲੋ ਜੈਕਾਰਾ ਵੀਰ ਬਜਰੰਗੇ, ਵੀਰ ਬਜਰੰਗੇ, ਵੀਰ ਬਜਰੰਗੇ, ਸ਼੍ਰੀ ਰਾਮ, ਜੈ ਸ਼੍ਰੀ ਰਾਮ, ਜੈ ਪਰਸ਼ੂਰਾਮ, ਜੈ ਪਰਸ਼ੂਰਾਮ, ਪਰਸ਼ੂਰਾਮ, ਜੈ ਪਰਸ਼ੂਰਾਮ, ਜੈ ਸ਼੍ਰੀ ਰਾਮ।
ਸੋ ਤਸਵੀਰਾਂ ਵਿਖਾ ਰਹੇ ਹਾਂ ਤੁਹਾਨੂੰ ਸੁਖਦੇਵ ਸੂਰੀ ਦੇ ਘਰ ਤੋਂ ਬਾਹਰ ਦੀਆਂ ਲਾਈਵ ਤਸਵੀਰਾਂ। ਸੁਖਦੇਵ ਸੂਰੀ ਦੇ ਸਾਥੀਆਂ ਦੇ ਵੱਲ ਨਾਅਰੇਬਾਜ਼ੀ ਵੀ ਕੀਤੀ ਜਾ ਰਹੀ ਹੈ। ਹਾਲਾਂਕਿ ਡੀਸੀਪੀ ਪਰਮਿੰਦਰ ਸਿੰਘ ਦੇ ਨਾਲ ਵਿਸਤਾਰ ਦੇ ਨਾਲ ਗੱਲਬਾਤ ਵੀ ਕੀਤੀ ਜਾ ਰਹੀ ਹੈ, ਸਮਝਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ, ਪਰ ਪਰਿਵਾਰ ਲਗਾਤਾਰ ਆਪਣੀਆਂ ਮੰਗਾਂ ਤੇ ਅੜਿਆ ਹੋਇਆ। ਪਰਿਵਾਰ ਦਾ ਕਹਿਣਾ ਹੈ ਕਿ ਜਦੋਂ ਤੱਕ ਮੰਗਾਂ ਤੇ ਗੌਰ ਨਹੀਂ ਕੀਤਾ ਜਾਂਦਾ, ਸੁਖਦੇਵ ਸੂਰੀ ਨੂੰ ਸ਼ਹੀਦ ਦਾ ਦਰਜਾ ਤੱਕ ਦੇਣ ਦੀ ਮੰਗ ਕੀਤੀ ਜਾ ਰਹੀ ਹੈ। ਸੀਬੀਆਈ ਜਾਂਚ ਦੀ ਮੰਗ ਕੀਤੀ ਜਾ ਰਹੀ ਹੈ।